ਹੈਲੋ ਦੋਸਤੋ, ਅੱਜ ਦੀ ਬਹੁਤ ਹੀ ਖੂਬਸੂਰਤ ਸਟੋਰੀ ਦੇ ਨਾਲ ਮੈਂ ਹਾਜ਼ਰ ਹਾਂ। ਸਟੋਰੀ ਦਾ ਨਾਮ ਹੈ ਡਿਵੈਲਪਿੰਗ ਆ ਰਿਲੇਸ਼ਨਸ਼ਿਪ, ਰਿਸ਼ਤੇ ਦਾ ਵਿਕਾਸ ਕਰਨਾ। ਇਸ ਸਟੋਰੀ ਦੇ ਵਿੱਚ ਦੱਸਿਆ ਗਿਆ ਕਿ ਇੱਕ ਪਿਤਾ ਆਪਣੀ ਧੀ ਦਾ ਘਰ ਕਿਵੇਂ ਵਸਾਉਂਦਾ ਹੈ ਅਤੇ ਸੱਸ ਨੌਂ ਦੀ ਲੜਾਈ ਕਿਵੇਂ ਖਤਮ ਕਰਦਾ। ਬਹੁਤ ਹੀ ਇੰਟਰਸਟਿੰਗ ਸਟੋਰੀ ਹੈ, ਜ਼ਰੂਰ ਪੂਰੀ ਦੇਖਿਓ ਅਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦੀ ਰਹੇ ਅਤੇ ਮੈਂ ਐਵੇਂ ਦੀ ਸਟੋਰੀਜ਼ ਤੁਹਾਡੇ ਲਈ ਲੈ ਕੇ ਆਉਂਦਾ ਰਹਾਂ। ਚਲੋ ਸਟਾਰਟ ਕਰਦੇ ਹਾਂ। ਨੀਟਾ ਵਾਜ਼ ਰੀਸੈਂਟਲੀ ਮੈਰਿਡ। ਨੀਟਾ ਦਾ ਥੋੜ੍ਹਾ ਟਾਈਮ ਪਹਿਲਾਂ ਹੀ ਵਿਆਹ ਹੋਇਆ ਹੈ ਐਂਡ ਹੈਡ ਸਟਾਰਟਡ ਲਿਵਿੰਗ ਇਨ ਅ ਜੁਆਇੰਟ ਫੈਮਿਲੀ ਵਿਦ ਹਰ ਹਸਬੈਂਡ ਐਂਡ ਇਨ ਲਾਸ। ਅਤੇ ਉਸਨੇ ਰਹਿਣਾ ਸ਼ੁਰੂ ਕੀਤਾ ਹੈ ਇਨ ਅ ਜੁਆਇੰਟ ਫੈਮਿਲੀ, ਠੀਕ ਹੈ, ਇਕੱਠੇ ਪਰਿਵਾਰ ਦੇ ਵਿੱਚ ਆਪਣੇ ਪਤੀ ਅਤੇ ਸਹੁਰਿਆਂ ਨਾਲ। ਆਫਟਰ ਫਿਊ ਡੇਜ਼, ਕੁਝ ਦਿਨਾਂ ਬਾਅਦ ਸ਼ੀ ਸਟਾਰਟਡ ਟੂ ਰਿਅਲਾਈਜ਼, ਉਸ ਨੂੰ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ ਡੈਟ ਕਿ ਸ਼ੀ ਇਜ਼ ਨੋਟ ਏਬਲ ਟੂ ਗੈਟ ਅਲੋਂਗ ਵਿਦ ਹਰ ਮਦਰ ਇਨ ਲੋ। ਉਹ ਆਪਣੀ ਸੱਸ ਦੇ ਨਾਲ ਨਹੀਂ ਰਹਿ ਸਕਦੀ। ਨੀਟਾਸ ਮਦਰ ਇਨ ਲੋ ਵਾਜ਼ ਕੰਜ਼ਰਵੇਟਿਵ। ਨੀਤਾ ਦੀ ਸੱਸ ਜਿਹੜੀ ਸੀ ਉਹ ਕੰਜ਼ਰਵੇਟਿਵ ਮਤਲਬ ਪੁਰਾਣੇ ਖਿਆਲਾਂ ਵਾਲੀ ਸੀ, ਵੇਅਰ ਐਜ਼ ਨੀਟਾ ਵਾਜ਼ ਲਿਬਰਲ। ਜਿੱਥੇ ਤੱਕ ਨੀਤਾ ਦੀ ਗੱਲ ਹੈ, ਉਹ ਲਿਬਰਲ ਸੀ, ਆਜ਼ਾਦ ਸੋਚ ਵਾਲੀ ਸੀ, ਵਿਦ ਮਾਡਰਨ ਲਾਈਫ ਸਟਾਈਲ, ਅੱਜ ਦੇ ਰਹਿਣ ਸਹਿਣ ਦੇ ਵਿੱਚ ਰਹਿਣ ਵਾਲੀ ਸੀ। ਸੂਨ ਦੇ ਬੋਥ ਸਟਾਰਟਡ ਕੁਆਰਲਿੰਗ ਡਿਊ ਟੂ ਡਿਫਰੈਂਸਿਸ ਇਨ ਓਪੀਨੀਅਨਸ ਐਂਡ ਲਾਈਫ। ਜਲਦੀ ਹੀ ਉਹ ਦੋਵੇਂ ਮਤਲਬ ਦੋਵੇਂ ਸਟਾਰਟਡ ਕੁਆਰਲਿੰਗ ਮਤਲਬ ਅਣਬਣ ਹੋਣੀ ਸ਼ੁਰੂ ਹੋ ਗਈ ਦੋਨਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਓਪੀਨੀਅਨਸ ਤੋਂ ਵਿਚਾਰਾਂ ਦੇ ਵਿੱਚ ਅਤੇ ਲਾਈਫ ਸਟਾਈਲ ਰਹਿਣ ਸਹਿਣ ਦੇ ਵਿੱਚ ਡਿਫਰੈਂਸ ਸੀ, ਇਸ ਕਰਕੇ ਦੋਨਾਂ 'ਚ ਅਣਬਣ ਰਹਿਣੀ ਸ਼ੁਰੂ ਹੋ ਗਈ। ਐਜ਼ ਡੇਜ਼ ਐਂਡ ਮੰਥਸ ਪਾਸਡ, ਜਿਵੇਂ ਹੀ ਦਿਨ ਅਤੇ ਮਹੀਨੇ ਬੀਤੇ, none of them changed their behavior। ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣਾ ਵਿਵਹਾਰ ਦੇ ਵਿੱਚ ਬਦਲਾਅ ਨਹੀਂ ਲਿਆਂਦਾ। ਨੀਟਾ became very aggressive। ਨੀਤਾ ਮਤਲਬ ਹੋ ਗਈ ਜਾਂ ਬਣ ਗਈ ਬਹੁਤ ਗੁੱਸੇ ਵਾਲੀ ਓਵਰ ਦਾ ਟਾਈਮ ਦੇ ਨਾਲ, ਐਂਡ ਸਟਾਰਟਡ ਟੂ ਹੇਟ ਹਰ ਮਦਰ ਇਨ ਲੋ, ਅਤੇ ਸ਼ੁਰੂ ਕਰ ਦਿੱਤਾ ਆਪਣੀ ਸੱਸ ਨੂੰ ਨਫ਼ਰਤ ਕਰਨਾ। ਸ਼ੀ ਸਟਾਰਟਡ ਟੂ ਥਿੰਕ ਅਬਾਊਟ ਹਾਊ ਟੂ ਗੈਟ ਰਿਡ ਆਫ ਹਰ ਮਦਰ ਇਨ ਲੋ। ਉਸਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਰਿਡ ਆਫ ਹੁੰਦਾ ਛੁਟਕਾਰਾ, ਗੈਟ ਰਿਡ ਆਫ ਛੁਟਕਾਰਾ ਕਿਵੇਂ ਪਾਵੇ ਆਪਣੀ ਸੱਸ ਤੋਂ। ਵੰਸ, ਇੱਕ ਵਾਰ, ਐਜ਼ ਯੂਜੂਅਲ, ਪਹਿਲਾਂ ਦੀ ਤਰ੍ਹਾਂ, ਹਰ ਵਾਰ ਦੀ ਤਰ੍ਹਾਂ, ਵੈਨ ਸ਼ੀ ਕੁਆਰਲਡ ਵਿਦ ਹਰ ਮਦਰ ਇਨ ਲੋ, ਜਦੋਂ ਆਪਣੀ ਸੱਸ ਦੇ ਨਾਲ ਲੜੀ ਜਾਂ ਉਸਦੀ ਅਣਬਣ ਹੋਈ ਸੱਸ ਦੇ ਨਾਲ, ਐਂਡ ਹਰ ਹਸਬੈਂਡ ਟੁਕ ਹਿਜ਼ ਮਦਰ ਸਾਈਡ, ਅਤੇ ਉਸਦੇ ਘਰ ਵਾਲੇ ਨੇ ਵੀ ਆਪਣੀ ਮਾਂ ਦੀ ਸਾਈਡ ਲਈ। ਸ਼ੀ ਬਿਕੇਮ ਵੈਰੀ ਐਂਗਰੀ, ਉਹ ਬਹੁਤ ਗੁੱਸੇ ਹੋ ਗਈ, ਐਂਡ ਲੈਫਟ ਟੂ ਹਰ ਫਾਦਰਸ ਹੋਮ, ਅਤੇ ਆਪਣੇ ਪਿਤਾ ਦੇ ਕੋਲ ਚਲੀ ਗਈ। ਨੀਟਾਸ ਫਾਦਰ ਵਾਜ਼ ਅ ਕੈਮਿਸਟ। ਨੀਤਾ ਦਾ ਪਿਤਾ ਦਵਾਈ ਦਾ ਇਸਤੇਮਾਲ ਕਰਦਾ ਸੀ, ਐਂਡ ਸ਼ੀ ਟੋਲਡ ਹਿਮ ਅਬਾਊਟ ਐਵਰੀਥਿੰਗ ਦੈਟਸ ਬੀਨ ਹੈਪਨਿੰਗ, ਅਤੇ ਉਸਨੇ ਆਪਣੇ ਪਿਓ ਨੂੰ ਸਾਰੀ ਦੱਸੀ ਜੋ ਵੀ ਉਸਦੇ ਨਾਲ ਬੀਤ ਰਿਹਾ ਸੀ। ਦੈਨ ਫਿਰ ਸ਼ੀ ਪਲੀਡ ਕਰਨਾ ਮਤਲਬ ਰਿਕੁਐਸਟ ਕਰਨਾ। ਸ਼ੀ ਪਲੀਡਡ ਵਿਦ ਹਰ ਫਾਦਰ, ਆਪਣੇ ਫਾਦਰ ਨੂੰ ਰਿਕੁਐਸਟ ਕੀਤੀ ਡੈਟ ਗਿਵ ਹਰ ਸਮਥਿੰਗ ਪੋਇਜ਼ਨਸ, ਕਿ ਉਹ ਉਸ ਨੂੰ ਕੁਛ ਜ਼ਹਿਰੀਲਾ ਪਦਾਰਥ ਦੇਵੇ, ਸੋ ਸ਼ੀ ਕੈਨ ਮਿਕਸ ਇਟ ਅਪ, ਤਾਂ ਕਿ ਉਹ ਇਸ ਨੂੰ ਮਿਕਸ ਕਰ ਸਕੇ, ਐਂਡ ਗਿਵ ਇਟ ਟੂ ਹਰ ਮਦਰ ਇਨ ਲੋ, ਅਤੇ ਆਪਣੀ ਸੱਸ ਨੂੰ ਦੇ ਸਕੇ, ਟੂ ਗੈਟ ਰਿਡ ਆਫ ਹਰ, ਆਪਣਾ ਛੁਟਕਾਰਾ ਪਾ ਸਕੇ ਉਸ ਤੋਂ। ਐਲਸ ਸ਼ੀ ਵੋਂਟ ਗੋ ਬੈਕ ਟੂ ਹਰ ਹਸਬੈਂਡਸ ਹੋਮ, ਨਹੀਂ ਤਾਂ ਵੋਂਟ ਹੁੰਦਾ ਵਿਲ ਨੋਟ, WONT ਐਪੋਸਟ੍ਰੋਫੀ ਦੇ ਨਾਲ ਇਹਨੂੰ ਵੋਟ ਕਹਿੰਦੇ ਆ, ਇਹ ਹੋਊਗਾ ਵਿਲ ਨੋਟ ਗੋ ਬੈਕ ਟੂ ਹਰ ਹਸਬੈਂਡਸ ਹਾਊਸ, ਉਹ ਆਪਣੇ ਹਸਬੈਂਡ ਦੇ ਘਰ ਨਹੀਂ ਜਾਏਗੀ। ਨੀਟਾਸ ਫਾਦਰ ਫੈਲਟ ਪਿਟੀ ਐਟ ਹਰ ਸਿਚੁਏਸ਼ਨ, ਨੀਤਾ ਦੇ ਪਿਓ ਨੂੰ ਉਸਦੀ ਹਾਲਤ ਤੇ ਤਰਸ ਆਇਆ, ਬਟ ਟੋਲਡ ਹਰ, ਪਰੰਤੂ ਉਸਨੇ ਕਿਹਾ, ਇਫ ਯੂ ਕੀਪ ਪੋਇਜ਼ਨ ਟੂ ਯੋਰ ਮਦਰ ਇਨ ਲੋ, ਜੇ ਤੂੰ ਆਪਣੀ ਸੱਸ ਨੂੰ ਜ਼ਹਿਰ ਦੇ ਦੇਵੇਂਗੀ, ਯੂ ਐਂਡ ਆਈ ਬੋਥ ਵਿਲ ਐਂਡ ਅਪ ਇਨ ਜੇਲ, ਤੈਨੂੰ ਤੇ ਮੈਨੂੰ ਜੇਲ੍ਹ ਹੋ ਜਾਵੇਗੀ। ਇਟ ਇਜ਼ ਨੋਟ ਦ ਰਾਈਟ ਥਿੰਗ ਟੂ ਡੂ, ਇਹ ਸਹੀ ਨਹੀਂ ਹੈ, ਬਟ ਪਰੰਤੂ ਨੀਟਾ ਵਾਜ਼ ਇਨ ਨੋ ਮੂਡ ਟੂ ਲਿਸਨ ਐਂਡ ਅੰਡਰਸਟੈਂਡ। ਨੀਟਾ ਨਾ ਹੀ ਸੁਣਨ ਦੇ ਮੂਡ 'ਚ ਸੀ ਅਤੇ ਨਾ ਹੀ ਸਮਝਣ ਦੇ ਮੂਡ 'ਚ।
Finally, आखिर her father gave in, उसके पिता ने उसको ਦਿੱਤਾ। He told her, ਉਸਨੂੰ ਕਿਹਾ, okay, as you wish, ਜਿਵੇਂ ਤੇਰੀ ਇੱਛਾ, but ਪਰੰਤੂ I don't want to see you in jail, ਮੈਂ ਤੈਨੂੰ ਜੇਲ੍ਹ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ, so do as I tell you, ਤਾਂ ਉਸੇ ਤਰ੍ਹਾਂ ਕਰੀ ਜਿਵੇਂ ਮੈਂ ਤੈਨੂੰ ਕਹਾਂਗਾ। ਨੀਤਾ ਅਗਰੀਡ, ਐਗਰੀਡ ਨਹੀਂ ਬੋਲਾਂਗੇ ਇਹਨੂੰ, ਅਗਰੀਡ। ਨੀਤਾ ਸਹਿਮਤ ਹੋ ਗਈ। ਹਰ ਫਾਦਰ ਬ੍ਰੌਟ ਅ ਪਾਊਡਰ ਐਂਡ ਟੋਲਡ ਹਰ, ਉਸਦਾ ਪਿਤਾ ਇੱਕ ਬ੍ਰੌਟ ਮਤਲਬ ਲਿਆਇਆ, ਪਾਊਡਰ ਲਿਆ ਅਤੇ ਉਸਨੂੰ ਕਿਹਾ, ਐਵਰੀ ਡੇ ਵੈਨ ਯੂ ਮੇਕ ਅ ਲੰਚ ਔਰ ਡਿਨਰ, ਹਰੇਕ ਦਿਨ ਜਦੋਂ ਤੂੰ ਲੰਚ ਜਾਂ ਡਿਨਰ ਤਿਆਰ ਕਰੇਂਗੀ, just mix a little pinch of this powder in your mother-in-law's meal, ਸਿਰਫ ਇੱਕ ਪਿੰਚ ਵੀ ਮਤਲਬ ਚੁੰਡੀ ਜਿੰਨਾ ਪਾਊਡਰ ਸਾਸੂ ਦੇ ਖਾਣੇ ਦੇ ਵਿੱਚ ਮਿਲਾ ਦੇਂ। Since the quantity will be less, ਤੇ ਜਦੋਂ ਕੁਆਂਟੀਟੀ ਮਤਲਬ ਮਾਤਰਾ ਲੈਸ ਮਤਲਬ ਘੱਟ ਹੋਵੇਗੀ, she won't die quickly, ਉਹ ਜਲਦੀ ਨਹੀਂ ਮਰੇਗੀ, but will slowly in a few months, ਪਰੰਤੂ ਹੌਲੀ ਹੌਲੀ ਥੋੜੇ ਮਹੀਨਿਆਂ ਦੇ ਵਿੱਚ, and people will think has died naturally, ਥੋੜੇ ਮਹੀਨੇ 'ਚ ਮਰ ਜਾਏਗੀ ਤੇ ਲੋਕ ਸੋਚਣਗੇ ਵੀ ਉਹ ਨੈਚੁਰਲੀ ਮਰੀ ਹੈ, ਕੁਦਰਤੀ ਉਸਦੀ ਮੌਤ ਹੋ ਗਈ। He also told her, ਅਤੇ ਉਸਨੇ ਹੋਰ ਇਹ ਕਿਹਾ, because no one should have doubt on you, ਕਿਉਂਕਿ ਕੋਈ ਵੀ ਤੇਰੇ 'ਤੇ ਸ਼ੱਕ ਨਾ ਕਰੇ, from today onwards, ਅੱਜ ਤੋਂ ਬਾਅਦ, you will not fight at all, ਤੂੰ ਆਪਣੀ ਸੱਸ ਨਾਲ ਲੜੇਗੀ ਵੀ ਨਹੀਂ, with your mother-in-law, but instead you will be very caring towards her, ਇਸ ਦੀ ਬਜਾਏ, ਲੜਨ ਦੀ ਬਜਾਏ ਤੂੰ ਬਹੁਤ ਹੀ ਕੇਅਰਿੰਗ ਹੋ ਜਾਏਗੀ ਉਸ ਦੇ ਵੱਲ, ਮਤਲਬ ਉਸ ਦਾ ਬਹੁਤ ਜ਼ਿਆਦਾ ਧਿਆਨ ਰੱਖੇ। ਈਵਨ ਸ਼ੀ ਸੇਜ਼ ਸਮਥਿੰਗ, ਇੱਥੋਂ ਤੱਕ ਕਿ ਜੇ ਉਹ ਕੁਝ ਕਹਿੰਦੀ ਵੀ ਹੈ ਵਿਚ ਯੂ ਡੋਂਟ ਲਾਈਕ, ਜਿਹੜਾ ਤੈਨੂੰ ਪਸੰਦ ਨਹੀਂ ਹੈ, ਯੂ ਵਿਲ ਨੋਟ ਬੀ ਰਿਊਡ, ਤੂੰ ਉਸ ਦੇ ਨਾਲ ਰਿਊਡ ਬਿਹੇਵ ਨਹੀਂ ਕਰੇਂਗੀ, ਮਾੜਾ ਵਿਹਾਰ ਨਹੀਂ ਕਰੇਂਗੀ। ਯੂ ਵਿਲ ਸਿੰਪਲੀ ਬੀ ਪੋਲਾਈਟ ਓਨਲੀ, ਤੂੰ ਨਿਮਰਤਾ ਦੇ ਨਾਲ ਰਹੇਂਗੀ। ਪੋਲਾਈਟ ਮਤਲਬ ਨਿਮਰਤਾ, ਨਿਰਮਾਣ ਦੇ ਨਾਲ ਨੀਵੇਂ ਹੋ ਕੇ। ਨੀਤਾ ਅਗਰੀਡ, ਨੀਤਾ ਸਹਿਮਤ ਹੋ ਗਈ। ਥਿੰਕਿੰਗ, ਸੋਚਦੇ ਹੋਏ, she will be free from her mother-in-law's as quarreling in few months, ਕਿ ਉਹ ਆਪਣੀ ਸੱਸ ਤੋਂ ਆਜ਼ਾਦ ਹੋ ਜਾਏਗੀ, ਉਸਦੀ ਲੜਾਈ ਤੋਂ ਆਜ਼ਾਦ ਹੋਏਗੀ ਥੋੜੇ ਮਹੀਨੇ ਦੇ ਵਿੱਚ। and came back to her in-laws, ਅਤੇ ਆਪਣੇ ਸਹੁਰਿਆਂ ਦੇ ਘਰ ਵਾਪਿਸ ਆ ਗਈ। and as advised by her father, ਜਿਵੇਂ ਕਿ ਉਸਦੇ ਪਿਤਾ ਨੇ ਸਲਾਹ ਦਿੱਤੀ ਸੀ, she started mixing the powder in her mother-in-law's meals, ਉਸਨੇ ਆਪਣੀ ਸਾਸੂ ਮਾਂ ਦੇ ਖਾਣੇ ਦੇ ਵਿੱਚ ਪਾਊਡਰ ਮਿਕਸ ਕਰਨਾ ਸ਼ੁਰੂ ਕਰ ਦਿੱਤਾ। and behaved very caring and polite whenever her mother-in-law said something, ਤੇ ਬਹੁਤ ਹੀ ਵਧੀਆ ਕੇਅਰਿੰਗ, ਧਿਆਨ ਵਾਲਾ ਤੇ ਪੋਲਾਈਟ, ਨਿਮਰਤਾ ਵਾਲਾ ਬਿਹੇਵ ਕਰਨਾ ਸ਼ੁਰੂ ਕਰਤਾ ਜਦੋਂ ਵੀ ਆਪਣੀ ਮਾਂ, ਸਾਸੂ ਮਾਂ ਉਸਨੂੰ ਕੁਛ ਕਹਿੰਦੀ। as time started to pass, ਜਿਵੇਂ ਹੀ ਟਾਈਮ ਨਿਕਲਣਾ ਸ਼ੁਰੂ ਹੋਇਆ, ਨੀਤਾ's mother-in-law's nature also started to change, ਨੀਤਾ ਦੀ ਸੱਸ ਦਾ ਨੇਚਰ ਮਤਲਬ ਸੁਭਾਅ ਵੀ ਬਣਨਾ ਸ਼ੁਰੂ ਹੋ ਗਿਆ। because ਨੀਤਾ was being very caring, ਕਿਉਂਕਿ ਨੀਤਾ ਬਹੁਤ ਹੀ ਜ਼ਿਆਦਾ ਕੇਅਰਿੰਗ ਹੋ ਗਈ ਸੀ towards her, ਉਸ ਦੇ ਵੱਲ। she too started to be affectionate towards her, ਨੀਤਾ ਦੀ ਸੱਸ ਨੂੰ ਵੀ ਉਸ ਦੇ ਨਾਲ ਪਿਆਰ ਹੋ ਗਿਆ, ਉਸ ਦੇ ਵੱਲ ਅਫੈਕਸ਼ਨ ਹੋ ਗਈ। 5 months passed, 5 ਮਹੀਨੇ ਬੀਤ ਗਏ। and ਨੀਤਾ had been mixing the powder, ਨੀਤਾ ਹਲੇ ਵੀ ਪਾਊਡਰ ਮਿਕਸ ਕਰ ਰਹੀ ਸੀ। but atmosphere of the house was changed, ਘਰ ਦਾ ਜਿਹੜਾ ਵਾਤਾਵਰਨ ਸੀ ਉਹ ਬਦਲ ਗਿਆ ਸੀ। there were no quarrels, ਹੁਣ ਕੋਈ ਝਗੜਾ ਨਹੀਂ ਸੀ। both were praising each, ਦੋਵੇਂ ਇੱਕ ਦੂਜੇ ਦੀ ਪ੍ਰੇਜ਼ ਕਰਦੇ ਸੀ, ਤਾਰੀਫ ਕਰਦੇ ਸੀ। while talking to neighbors,
ਗੁਆਂਢੀਆਂ ਨਾਲ ਗੱਲ ਕਰਦੇ ਹੋਏ they got very attached to each other like a mother and daughter। ਉਹ ਦੋਨਾਂ ਦੀ ਅਟੈਚਮੈਂਟ ਐਵੇਂ ਹੋ ਗਈ ਜਿਵੇਂ ਮਾਂ ਤੇ ਧੀ ਦੀ ਹੁੰਦੀ ਹੈ। Now ਹੁਣ Nita started to get worried thinking due to the pot। ਨੀਟਾ ਨੂੰ ਚਿੰਤਾ ਹੋਣ ਲੱਗੀ ਪਾਊਡਰ ਬਾਰੇ ਸੋਚ ਕੇ। ਹਰ ਮਦਰ ਇਨ ਲੋ ਮੇ ਡਾਈ ਸੂਨ, ਕਿ ਉਸ ਦੀ ਮਾਂ ਜਿਹੜੀ ਸੀ, ਸਾਸੂ ਮਾਂ ਜਿਹੜੀ ਸੀ, ਸ਼ਾਇਦ ਜਲਦੀ ਹੀ ਮਰ ਜਾਵੇਗੀ। She ran at her father's home। ਉਹ ਆਪਣੇ ਪਿਤਾ ਦੇ ਘਰ ਭੱਜੀ ਗਈ and told him, ਅਤੇ ਉਸ ਨੂੰ ਕਿਹਾ, Dad, please give me the antidote to cure the effect of that poison powder you gave। ਪਿਤਾ ਜੀ ਮੈਨੂੰ ਕੋਈ ਐਂਟੀਡੋਟ ਦਿਓ, ਕਿਉਰ ਮਤਲਬ ਇਲਾਜ ਕਰ ਸਕਾਂ, ਉਸ ਦਾ ਇਫੈਕਟ ਨਾ ਹੋਵੇ ਜਿਹੜਾ ਤੁਸੀਂ ਜ਼ਹਿਰੀਲਾ ਪਾਊਡਰ ਮੈਨੂੰ ਦਿੱਤਾ ਹੈ। I don't want to lose my mother-in-law। ਮੈਂ ਆਪਣੀ ਸਾਸੂ ਮਾਂ ਨੂੰ ਖੋਣਾ ਨਹੀਂ ਚਾਹੁੰਦੀ। She is just like my mom and I love her very much। ਉਹ ਮੇਰੀ ਮਾਂ ਦੀ ਤਰ੍ਹਾਂ ਹੀ ਹੈ ਅਤੇ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। Father smiled and said, Which poison? ਕਿਹੜਾ ਜ਼ਹਿਰ? I had simply given you a sweetener। ਮੈਂ ਸਿਰਫ ਤੁਹਾਨੂੰ ਸਵੀਟਨਰ ਦਿੱਤਾ ਸੀ। ਸਵੀਟਨਰ ਮਤਲਬ ਸ਼ੱਕਰ ਕਹਿ ਸਕਦੇ ਹਾਂ ਆਪਾਂ, ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਲਿਕੁਇਡ ਨੂੰ ਜਾਂ ਖਾਣੇ ਨੂੰ ਮਿੱਠਾ ਕਰੇ। ਸੋ ਮੋਰਲ ਸਿੱਖਿਆ, each person is different which may be due to their own circumstances। ਹਰ ਇੱਕ ਵਿਅਕਤੀ ਅਲੱਗ ਹੈ ਕਿਉਂਕਿ ਉਹਨਾਂ ਦੇ ਜਿਹੜੇ ਹਾਲਾਤ ਸੀ, ਸਰਕਮਸਟੈਂਸਿਸ ਸੀ, ਅਲੱਗ ਸੀ। This can often lead to many differences। ਇਸ ਕਰਕੇ ਹਰ ਇੱਕ ਵਿਅਕਤੀ ਦੇ ਵਿੱਚ, ਹਾਲਾਤਾਂ ਕਰਕੇ ਹਰ ਇੱਕ ਵਿਅਕਤੀ ਦੇ ਵਿੱਚ ਵੱਖਰੇਵਾ ਹੋਣਾ ਲਾਜ਼ਮੀ ਹੈ। However, ਪਰੰਤੂ we must try to understand each other and adjust a little to make a healthy relationship with each other। ਸਾਨੂੰ ਜ਼ਰੂਰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਦੂਜੇ ਨੂੰ ਸਮਝਣ ਦੀ ਅਤੇ ਐਡਜਸਟਮੈਂਟ ਕਰਨ ਦੀ, ਅਤੇ ਜਿਹੜਾ ਸਾਡਾ ਰਿਸ਼ਤਾ ਹੈ ਉਹ ਹੈਲਦੀ ਹੋਵੇ, ਵਧੀਆ ਹੋਵੇ ਇੱਕ ਦੂਜੇ ਨਾਲ। ਅਤੇ ਵੈਨ ਸੱਚ ਡਿਫਰੈਂਸਿਸ ਅਰਾਈਜ਼, ਜਦੋਂ ਵੀ ਇਹੋ ਜਿਹੇ ਵੱਖਰੇਵੇ ਪੈਦਾ ਹੁੰਦੇ ਹਨ ਬਿਟਵੀਨ ਪਰਸਨਸ, ਵਿਅਕਤੀਆਂ ਦੇ ਵਿਚਕਾਰ, ਇਟ ਇਜ਼ ਦਾ ਡਿਊਟੀ ਆਫ ਦੇਅਰ ਲਵਡ ਵਨਸ, ਇਹ ਉਹਨਾਂ ਦੇ ਪਿਆਰਾਂ ਦੀ ਡਿਊਟੀ ਹੈ, ਫਰਜ਼ ਹੈ, ਟੂ ਕੀਪ ਦੈਮ ਕਾਮ, ਕਿ ਉਹਨਾਂ ਨੂੰ ਸ਼ਾਂਤ ਕਰੇ ਅਤੇ ਗਾਈਡ ਟੂਵਰਡਸ ਦਾ ਰਾਈਟ ਪਾਥ, ਅਤੇ ਸਹੀ ਰਸਤੇ ਵੱਲ ਉਹਨਾਂ ਨੂੰ ਗਾਈਡ ਕਰੇ, ਜਿਵੇਂ ਕਿ ਨੀਟਾ ਦੇ ਫਾਦਰ ਨੇ ਕੀਤਾ ਹੈ। ਧੰਨਵਾਦ।